ਬੰਧਨ ਪਦ ਪੰਕਜ ਬੰਧਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵ ਜੀ ਹਿਰਦੇ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਹਰਿ ਗੋਬਿੰਦ ਸ਼ੁਭ ਮਤ ਕਰਕਾ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਵ ਤੇਗ ਬਹਾਦਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾ ਤਾਰੋਂ ਤਰਾ ਪਾਰੇ ਪੁੰਨ ਪੁੰਨ ਸੀਸਾ ਵਾਹਿਗੁਰੂ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਇ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੇ ਮਹਿਮਾ ਜੋ ਤਿਹਾਰੀ हम ना सकत कर सिफत तुम्हारी आप लिहो तुम कथा सुधारी हम ना सकत कर सिफत तुम्हारी आप लिहो तुम कथा सुधारी। सतनाम श्री वाहिगुरु साहिब जी दोहरा प्रथम दर्श कोह को तेओ प्रसंग सुनाए लिखियो पठियो खत सुध लई जिस बिद श्री हर राय। वाहिगुरु जी का खालसा वाहिगुरु जी की फतेह। सन्मान जो गुरु खालसा साध संगत जी आप जी ने गुरु चरणों 'ਚ बैठ के गुरबाणी ਦੇ ਕੀਰਤਨ ਦਾ ਆਨੰਦ ਮਾਣਿਆ ਹੈ ਔਰ ਪਿਛਲੇ ਪ੍ਰਕਰਣਾਂ ਵਿੱਚ ਕਥਾ ਸਰਵਣ ਕੀਤੀ ਹੈ ਕਿ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਭਾਈਆਂ ਨੂੰ ਕਿਸ ਤਰ੍ਹਾਂ ਤਬਾਹ ਕੀਤਾ ਸੀ, ਦਿੱਲੀ 'ਤੇ ਕਿਵੇਂ ਕਬਜ਼ਾ ਕੀਤਾ, ਆਪਣੇ ਪਿਤਾ ਨੂੰ ਕੈਦ ਕਰ ਲਿਆ ਅਤੇ ਮੁਰਾਦ ਬਖਸ਼ ਨੂੰ ਵੀ ਕੈਦ ਕਰ ਲਿਆ। ਦਾਰਾ ਸ਼ਿਕੋ ਜਿਹੜਾ ਵੱਡਾ ਭਾਈ ਸੀ ਜੰਗ ਵਿੱਚ ਹਾਰ ਕੇ ਪਹਿਲਾਂ ਦਿੱਲੀ ਪਹੁੰਚਿਆ ਅਤੇ ਦਿੱਲੀ ਤੋਂ ਦੌੜ ਕੇ ਉਹ ਸ੍ਰੀਨਗਰ ਗੜਵਾਲ ਟੀਰੀ ਜੋ ਹੇਮਕੁੰਡ ਸਾਹਿਬ ਦੇ ਰਸਤੇ ਵਿੱਚ ਸ੍ਰੀਨਗਰ ਪੈਂਦਾ ਹੈ ਉੱਥੋਂ ਦੇ ਰਾਜੇ ਕੋਲ ਜਾ ਠਹਿਰਿਆ। ਉੱਥੋਂ ਦੇ ਰਾਜੇ ਪਹਾੜੀ ਰਾਜਿਆਂ ਕੋਲ ਇੰਨਾ ਖਰਚਾ ਨਹੀਂ ਝੱਲਿਆ ਗਿਆ ਅਤੇ ਉੱਥੋਂ ਫਿਰ ਇਹ ਚੱਲ ਕੇ ਕੀਰਤਪੁਰ ਸਾਹਿਬ ਦੇ ਨੇੜੇ ਆ ਪਹੁੰਚਿਆ ਹੈ। ਗੁਰੂ ਸਾਹਿਬ ਬਾਰੇ ਤਾਂ ਸੁਣਿਆ ਹੀ ਸੀ ਅੱਗੇ, ਇਹ ਗੁਰੂ ਸਾਹਿਬ ਨੂੰ ਮਿਲਿਆ, ਪਰ ਉਸ ਤੋਂ ਪਹਿਲਾਂ ਇਹਦੀ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਪ੍ਰਥਮ ਦਰਸ਼ ਕੋਹ ਕੋ ਪਹਿਲਾਂ ਦਾਰਾ ਸ਼ਿਕੋ ਦਾ ਇਹ ਪ੍ਰਸੰਗ ਸੁਣ ਲਓ। ਦਿਓ ਪ੍ਰਸੰਗ ਸੁਨਾਏ ਸਾਰਾ ਪ੍ਰਸੰਗ ਆਪ ਜੀ ਨੂੰ ਸੁਣਾਉਂਦੇ ਹਾਂ। ਲਿਖਿਓ ਪਠਿਓ ਖਤ ਸੁਧ ਲਈ ਜਿਵੇਂ ਗੁਰੂ ਸਾਹਿਬ ਜੀ ਨੇ ਉਹਦਾ ਹਾਲ ਚਾਲ ਪੁੱਛਿਆ, ਉਹਨੇ ਗੁਰੂ ਸਾਹਿਬ ਚਿੱਠੀ ਪੱਤਰ ਕੀਤਾ। ਜਿਸ ਬਿਦ ਸ਼੍ਰੀ ਹਰਿ ਰਾਏ ਜਿਸ ਤਰ੍ਹਾਂ ਗੁਰੂ ਹਰਿਰਾਏ ਸਾਹਿਬ ਜੀ ਨਾਲ ਦਾਰਾ ਸ਼ਿਕੋ ਦਾ ਚਿੱਠੀ ਪੱਤਰ ਸ਼ੁਰੂ ਹੋਇਆ ਸੀ, ਉਹਦਾ ਕੀ ਕਾਰਨ ਬਣਿਆ ਸੀ ਸਭ ਦੱਸਦੇ ਹਾਂ। ਚੌਪਈ ਦਰਸ਼ ਕੋਹ ਮਹਾ ਸਤਸੰਗੀ ਕਿਉਂਕਿ ਦਾਰਾ ਸ਼ਿਕੋ ਸਤਸੰਗੀ ਸੀਗਾ, ਸਾਧੂਆਂ ਮਹਾਂਪੁਰਸ਼ਾਂ ਦੀ, ਸੰਤਾਂ ਦੀ, ਫਕੀਰਾਂ ਦੀ ਸੇਵਾ ਕਰਦਾ ਸੀ, ਉਹਨਾਂ ਦੀ ਸੰਗਤ ਕਰਦਾ ਸੀ। ਪਰਮੇਸ਼ਰ ਪਦ ਪ੍ਰੀਤ ਅਮੰਗੀ ਔਰ ਪਰਮਾਤਮਾ ਨੂੰ ਮਿਲਣ ਦੀ ਪ੍ਰੀਤ ਸੀ ਮਨ ਦੇ ਵਿੱਚ। ਹਮੇਸ਼ਾ ਕੀਰਤਨ ਕਥਾ ਹਰੀ ਜਸ ਖੁਦਾ ਦਾ ਜ਼ਿਕਰ ਕਰਦਾ ਰਹਿੰਦਾ ਸੀ। ਮੀਆਂ ਮੀਰ ਪੀਰ ਇੱਕ ਪੂਰੋ ਉਸ ਵੇਲੇ ਹਿੰਦੁਸਤਾਨ ਵਿੱਚ ਇੱਕ ਬਹੁਤ ਪਹੁੰਚੇ ਹੋਏ ਮਹਾਂਪੁਰਸ਼ ਹੋਏ ਨੇ, ਜਿਨ੍ਹਾਂ ਨੂੰ ਸਾਰਾ ਇਸਲਾਮੀ ਜਗਤ ਵੀ ਜਾਣਦਾ ਹੈ
ਅਤੇ ਪੰਜਾਬ ਹਿੰਦੁਸਤਾਨ ਦੇ ਬਾਕੀ ਲੋਕ ਵੀ ਜਾਣਦੇ ਨੇ, ਉਹ ਸਨ ਸਾਈਂ ਮੀਆਂ ਮੀਰ ਜੀ, ਆਤਮ ਗਿਆਨ ਲਹੇ ਮਨ ਰੂਰੋ। ਜਿਹੜੇ ਆਤਮ ਗਿਆਨੀ ਹੋਏ ਨੇ, ਬ੍ਰਹਮ ਗਿਆਨੀ ਹੋਏ ਨੇ। ਸਾਧ ਸੰਗਤ ਜੀ, ਆਤਮ ਗਿਆਨ ਔਰ ਬ੍ਰਹਮ ਗਿਆਨ ਇਹ ਕਿਸੇ ਕੌਮ ਦੀ ਧਰੋਹਰ ਜਾਂ ਪ੍ਰਾਪਰਟੀ ਨਹੀਂ ਹੈ। ਵਾਹਿਗੁਰੂ ਜਿਸ ਤੇ ਕਿਰਪਾ ਕਰਦਾ ਹੈ ਉਹਦਾ ਦਰਵਾਜ਼ਾ ਖੁੱਲ੍ਹਦਾ ਹੈ, ਉਹਦੇ ਅੰਦਰ ਪ੍ਰਕਾਸ਼ ਹੁੰਦਾ ਹੈ। ਇਹ ਕੋਈ ਕਹਿ ਨਹੀਂ ਸਕਦਾ ਵੀ ਮੇਰੀ ਕੌਮ 'ਚ ਹੋਵੇ ਜਾਂ ਦੂਜੀ ਕੌਮ 'ਚ ਹੋਵੇ। ਮਹਾਰਾਜ ਅਕਾਲ ਪੁਰਖ ਦੀ ਕਿਰਪਾ ਨਾਲ ਹੁੰਦਾ ਹੈ। ਸਾਈਂ ਮੀਆਂ ਮੀਰ ਜੀ ਤੇ ਗੁਰੂ ਪਰਮੇਸ਼ਰ ਦੀ ਐਸੀ ਕਿਰਪਾ ਹੋਈ ਕਿ ਉਹਨਾਂ ਨੂੰ ਬ੍ਰਹਮ ਦਾ ਸਾਖਸ਼ਾਤਕਾਰ ਹੋ ਗਿਆ। ਤਿਸ ਕੋ ਖਾਦਮ ਦਰ ਸ਼ਿਕੋਹ। ਉਹਨਾਂ ਦੇ ਸੇਵਕ ਬਣੇ ਸਨ ਦਾਰਾ ਸ਼ਿਕੋਹ ਜੀ। ਉਹਨਾਂ ਦੀ ਸੰਗਤ ਕਰਕੇ ਸੂਫੀ ਰੰਗ ਵਿੱਚ ਰੰਗੇ ਗਏ ਸਨ। ਬ੍ਰਹਮ ਗਿਆਨ ਅਭਿਲਾਖੀ ਹੋਹ। ਬ੍ਰਹਮ ਗਿਆਨ ਦੇ ਅਭਿਲਾਸ਼ੀ ਸਨ। ਇੱਛਾ ਸੀ ਵੀ ਪ੍ਰਮਾਤਮਾ ਬਾਰੇ ਜਾਣੀਏ, ਬ੍ਰਹਮ ਬਾਰੇ ਜਾਣੀਏ। ਤੋ ਬ੍ਰਹਮ ਦਾ ਗਿਆਨ ਪ੍ਰਾਪਤ ਕਰਨ ਦੀ ਇੱਛਾ ਨਾਲ ਹੀ ਦਾਰਾ ਸ਼ਿਕੋਹ ਸਾਈਂ ਮੀਆਂ ਮੀਰ ਜੀ ਦੀ ਸੰਗਤ ਕਰਦਾ ਸੀ। ਕਰੀ ਪੀਰ ਨੇ ਕਿਰਪਾ ਸੁਨਾਇਵ। ਸਾਈਂ ਮੀਆਂ ਮੀਰ ਜੀ ਨੇ ਉਹਨਾਂ ਤੇ ਬੜੀ ਕਿਰਪਾ ਕੀਤੀ ਸੀ। ਉਹਨਾਂ ਨੂੰ ਜਿਹੜਾ ਆਤਮਾ ਦਾ, ਬ੍ਰਹਮ ਦਾ ਸਾਖਸ਼ਾਤ ਗਿਆਨ ਹੈ, ਸਾਈਂ ਮੀਆਂ ਮੀਰ ਜੀ ਔਰ ਸ਼ਰਮਦ ਫਕੀਰ, ਇਹ ਦੂਸਰੇ ਸਨ ਜਿਹੜੇ ਦਿੱਲੀ ਵਿੱਚ ਨੰਗੇ ਵਿਚਰਿਆ ਕਰਦੇ ਸਨ। ਅੱਗੇ ਚੱਲ ਕੇ ਇਹਨਾਂ ਦੀ ਕਥਾ ਆਉਣੀ ਹੈ ਕਿ ਸ਼ਰਮਦ ਫਕੀਰ ਨੂੰ ਬਾਦਸ਼ਾਹ ਔਰੰਗਜ਼ੇਬ ਨੇ ਜਾਮਾ ਮਸਜਿਦ ਦੇ ਸਾਹਮਣੇ ਕਤਲ ਕਰਵਾ ਦਿੱਤਾ ਸੀ। ਅੱਜ ਕੱਲ੍ਹ ਜਾਮਾ ਮਸਜਿਦ ਦੇ ਬਿਲਕੁਲ ਸਾਹਮਣੇ ਉਹਨਾਂ ਦਾ ਪਵਿੱਤਰ ਮਜ਼ਾਰ ਬਣਿਆ ਹੋਇਆ ਹੈ। ਇੱਕ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਗੁਰਦੁਆਰਾ ਚਾਂਦਨੀ ਚੌਂਕ ਸੀਸਗੰਜ ਸਾਹਿਬ ਹੈ, ਅਤੇ ਉਹਦੇ ਪਿਛਲੇ ਪਾਸੇ ਥੋੜ੍ਹਾ ਜਿਹਾ ਗਲੀ 'ਚ ਜਾਈਏ ਜਾਮਾ ਮਸਜਿਦ ਦੇ ਐਨ ਸਾਹਮਣੇ ਉਹ ਮਜ਼ਾਰ ਹੈ ਜਿੱਥੇ ਉਹ ਮਹਾਂਪੁਰਸ਼ ਵੀ ਸ਼ਹੀਦ ਕੀਤੇ ਸਨ, ਔਰੰਗਜ਼ੇਬ ਨੇ ਕਰਵਾਏ ਸਨ। ਇਹੋ ਜਿਹੇ ਸਾਧੂਆਂ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਦਾਰਾ ਸ਼ਿਕੋਹ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ। ਰੂਪ ਆਤਮਾ ਕੇ ਰਜਨਾਇਵ। ਔਰ ਸਾਈਂ ਮੀਆਂ ਮੀਰ ਜੀ ਨੇ ਆਤਮਾ ਦਾ ਸਰੂਪ ਪ੍ਰਤੱਖ ਕਰਕੇ ਦਿਖਾਤਾ ਵੀ ਆਹ ਸਰੂਪ ਹੈ, ਇਹ ਹੈ ਜਿਸ ਨੂੰ ਲੱਭਦੇ ਫਿਰਦੇ ਦੁਨੀਆ। ਕਬੀਰ ਜਾਂ ਕੋ ਖੋਜਤੇ ਪਾਇਓ ਸੋਈ ਠੌਰ, ਸੋਈ ਫਿਰ ਕਹਿ ਤੂੰ ਭਇਆ, ਜਾ ਕੋ ਕਹਿਤਾ ਔਰ। ਜਿਸ ਨੂੰ ਬਾਹਰ ਲੱਭਦੇ ਉਹ ਅੰਦਰ ਦਿਖਾ ਦਿੱਤਾ ਸੀ। ਪਦਸ਼ਾਹਤ ਮਹਿਰੀਤ ਫਕੀਰੀ। ਕਿਉਂਕਿ ਬਾਦਸ਼ਾਹਾਂ ਦੇ ਵਿੱਚ, ਰਾਜਿਆਂ ਮਹਾਰਾਜਿਆਂ ਵਿੱਚ ਰਹਿਣਾ, ਬਾਦਸ਼ਾਹ ਬਣਨਾ ਤੇ ਫਕੀਰੀ ਰੀਤ ਰੱਖਣੀ ਬੜਾ ਔਖਾ ਕੰਮ ਹੈ। ਰਾਜਨੀਤੀ 'ਚ ਹਰ ਵੇਲੇ ਝੂਠ, ਕਪਟ, ਛਲ, ਬੇਈਮਾਨੀ, ਧੋਖਾ ਧੜੀ ਦਾ ਪ੍ਰਵਾਹ ਚੱਲਦਾ ਹੈ, ਤੇ ਉਹਦੇ 'ਚ ਫਕੀਰ ਬਣ ਕੇ ਰਹਿਣਾ ਬੜਾ ਔਖਾ ਕੰਮ ਹੈ। ਮਿਹਰ ਪੀਰ ਕੀ ਮੀਰੀ ਪੀਰੀ। ਪਰ ਪੀਰ ਦੀ ਕਿਰਪਾ ਨਾਲ ਪੂਰਾ ਗੁਰੂ ਮਿਲ ਜਾਵੇ, ਮੁਰਸ਼ਿਦ ਪੂਰਾ ਮਿਲ ਜਾਵੇ ਤੇ ਗੱਲ ਬਣ ਜਾਂਦੀ ਹੈ। ਸਾਈਂ ਮੀਆਂ ਮੀਰ ਜੀ ਦੀ ਕਮਾਈ, ਉਹਨਾਂ ਦੀ ਭਗਤੀ, ਉਹਨਾਂ ਦਾ ਪ੍ਰਭਾਵ ਸੀ ਕਿ ਦਾਰਾ ਸ਼ਿਕੋਹ ਰਾਜ ਦੇ ਵਿੱਚ ਰਹਿੰਦਾ ਹੋਇਆ ਵੀ ਫਕੀਰ ਬਣ ਚੁੱਕਾ ਸੀ। ਕਰਹਿ ਵਿਚਾਰਨ ਨਿਸ ਦਿਨ ਆਤਮ। ਔਰ ਦਿਨ ਰਾਤ ਆਪਣੀ ਆਤਮਾ ਦਾ ਵਿਚਾਰ ਕਰਦਾ ਸੀ, ਮੈਂ ਕੌਣ ਹਾਂ, ਇਹ ਕੀ ਹੈ, ਕਿੱਥੋਂ ਆਇਆ ਹਾਂ। ਤੇ ਆਪਣੇ ਇਹਨਾਂ ਸਵਾਲਾਂ ਦਾ ਜਵਾਬ ਉਸਨੇ ਆਪਣੇ ਗੁਰੂ ਕੋਲੋਂ ਲੈ ਵੀ ਲਿਆ ਸੀ। ਹਾਂਜੀ, ਮਿਲ ਸੰਤਨ ਖੋਜਹਿ ਪਰਮਾਤਮਾ। ਸੰਤਾਂ ਨਾਲ ਮਿਲ ਕੇ ਉਸ ਪਰਮਾਤਮਾ ਦੀ ਖੋਜ ਕਰਦਾ ਰਹਿੰਦਾ ਸੀ। ਜਿਹੜੇ ਸਾਧ ਸੰਗਤ ਜੀ, ਵੇਦਾਂ ਦੇ ਵਿੱਚ 108 ਉਪਨਿਸ਼ਦ ਮੰਨੇ ਗਏ ਹਨ, ਜਿਨ੍ਹਾਂ ਵਿੱਚ ਆਤਮਾ ਦਾ ਗਿਆਨ ਹੈ। ਵੇਦ ਦੇ 3 ਹਿੱਸੇ ਹਨ। 80,000 ਸ਼ਲੋਕ ਵੇਦ ਦਾ ਜੋ ਹੈ, 80% ਜੋ ਸ਼ਲੋਕ ਹੈ, 80% ਵੇਦ ਦਾ ਜੋ ਹਿੱਸਾ ਹੈ ਉਹ ਤਾਂ ਕਰਮ ਕਾਂਡ ਦਾ ਹੈ। 16% ਭਗਤੀ ਹੈ, 4% ਆਤਮ ਗਿਆਨ ਹੈ, ਜਿਸ ਨੂੰ ਉਪਨਿਸ਼ਦ ਕਹਿੰਦੇ ਹਨ। ਉਹਨਾਂ ਉਪਨਿਸ਼ਦਾਂ ਦਾ ਉਲੱਥਾ, ਉਹਨਾਂ ਉਪਨਿਸ਼ਦਾਂ ਨੂੰ ਫਾਰਸੀ ਭਾਸ਼ਾ 'ਚ ਟਰਾਂਸਲੇਸ਼ਨ ਕਰਾਇਆ ਸੀ ਦਾਰਾ ਸ਼ਿਕੋਹ ਨੇ, ਕਿਉਂਕਿ ਜਿਹੜੇ ਆਤਮ ਗਿਆਨ ਲੈਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਸੰਸਕ੍ਰਿਤ ਪੜ੍ਹਨੀ ਨਹੀਂ ਆਉਂਦੀ, ਉਹ ਵੀ ਇਹਨਾਂ ਗ੍ਰੰਥਾਂ ਤੋਂ ਫਾਇਦਾ ਉਠਾ ਸਕਣ। ਸੋ ਇਹੋ ਜਿਹਾ ਉਹ ਪਰਮਾਤਮਾ ਮਹਾਂਪੁਰਸ਼ ਰਾਜਾ ਸੀ। ਜਹ ਕਹਿ ਉੱਤਮ ਸੁਨ ਕੈ ਸੰਤ। ਜਿੱਥੇ ਉਹਨੂੰ ਪਤਾ ਲੱਗਦਾ ਸੀ ਕੋਈ ਪੂਰਨ ਸੰਤ ਹੈ, ਕੋਈ ਆਤਮ ਗਿਆਨੀ ਹੈ, ਕੋਈ ਬ੍ਰਹਮ ਗਿਆਨੀ ਹੈ, ਉੱਥੇ ਭੱਜ ਕੇ ਜਾਂਦਾ ਸੀ। ਕਰਹਿ ਮੇਲ ਚਰਚਾ ਭਗਵੰਤ। ਜਿਹੜੇ ਰੱਬ ਦੀ ਚਰਚਾ ਕਰਨ ਵਾਲੇ ਫਕੀਰ ਸਨ, ਭਾਵੇਂ ਉਹ ਹਿੰਦੂ ਹੋਣ ਭਾਵੇਂ ਮੁਸਲਮਾਨ, ਇਹ ਗੱਲ ਨਹੀਂ ਸੀ ਦੇਖਦਾ
ਵੀ ਇਹ ਕਿਹੜੀ ਕੌਮ ਦਾ ਬੰਦਾ, ਕਿਉਂਕਿ ਰੱਬ ਦੇ ਬੰਦੇ ਦੀ ਜਾਤ ਨਹੀਂ ਹੁੰਦੀ। ਆਖੋ ਸ੍ਰੀ ਵਾਹਿਗੁਰੂ। ਜਿਨ੍ਹਾਂ ਦੀ ਜਾਤ ਹੁੰਦੀ ਆ ਉਹ ਰੱਬ ਦੇ ਬੰਦੇ ਹੀ ਨਹੀਂ ਹੁੰਦੇ। ਜਿਹੜੇ ਇਹਨਾਂ ਗੱਲਾਂ 'ਚ ਫਸੇ ਨੇ ਵੀ ਅਸੀਂ ਹਿੰਦੂ ਹਾਂ, ਅਸੀਂ ਮੁਸਲਮਾਨ ਹਾਂ, ਅਸੀਂ ਈਸਾਈ ਹਾਂ, ਅਸੀਂ ਸਿੱਖ ਹਾਂ, ਅਸੀਂ ਬਾਹਮਣ, ਅਸੀਂ ਖੱਤਰੀ ਹਾਂ, ਜਾਂ ਸਾਡਾ ਇਹ ਧਰਮ ਹੈ, ਅਸੀਂ ਤਾਂ ਇਹਦੇ ਵਿੱਚ ਹੀ ਰਹਿਣਾ, ਉਹ ਉਸੇ ਦਾਇਰੇ ਵਿੱਚ ਰਹਿੰਦੇ ਹਨ। ਜਿਹੜਾ ਰੱਬ ਦਾ ਵਿਸ਼ਾਲ ਬ੍ਰਹਮੰਡ ਹੈ, ਬ੍ਰਹਮ ਦੀ ਖੇਡ ਹੈ, ਉਹਦੇ ਵਿੱਚ ਉਹਨਾਂ ਦਾ ਪ੍ਰਵੇਸ਼ ਨਹੀਂ ਹੁੰਦਾ। ਤਾਂ ਜਿਹੜੇ ਰੱਬ 'ਚ ਪ੍ਰਵੇਸ਼ ਕਰ ਜਾਂਦੇ ਆ ਫਿਰ ਉਹ ਇਹਨਾਂ ਕੈਦਾਂ 'ਚ ਨਹੀਂ ਰਹਿੰਦੇ। ਇਹੋ ਜਿਹੇ ਫਕੀਰ ਪਹੁੰਚੇ ਹੋਏ ਰੱਬੀ ਬੰਦਿਆਂ ਦੀ ਸੰਗਤ ਉਹ ਦਾਰਾ ਸ਼ਿਕੋਹ ਕਰਿਆ ਕਰਦਾ ਸੀ। ਪਿਤਨੇ ਕਹਿ ਬਹੁ ਬਾਰ ਸੁਨਾਵਾ, ਉਹਦੇ ਪਿਓ ਨੇ ਵੀ ਉਹਨੂੰ ਕਈ ਵਾਰੀ ਕਿਹਾ ਸੀ, ਬਰਿਆਈ ਕਰ ਤਖਤ ਬਿਠਾਵਾ। ਪੁੱਤਰ, ਤੂੰ ਵੱਡਾ ਪੁੱਤਰ ਹੈ, ਤੈਨੂੰ ਰਾਜ ਭਾਗ ਸੰਭਾਲਣਾ ਹੀ ਪੈਣਾ। ਹਿੰਦੁਸਤਾਨ ਦੀ ਪ੍ਰਜਾ, ਹਿੰਦੁਸਤਾਨ ਦੀ ਜਨਤਾ ਵੀ ਤੈਨੂੰ ਚਾਹੁੰਦੀ ਹੈ, ਤੂੰ ਤਖਤ 'ਤੇ ਬਹਿ, ਵਲੀ ਹੈ ਤੇ ਮੇਰੇ ਤੋਂ ਬਾਅਦ ਤੂੰ ਬਾਦਸ਼ਾਹ ਬਣਨਾ। ਇਹ ਕਹਿੰਦਾ ਸੀ, ਅੱਬਾ ਜੀ ਮੈਂ ਕੀ ਕਰਨੀ ਹੈ ਬਾਦਸ਼ਾਹੀ, ਕਿਸੇ ਹੋਰ ਪੁੱਤਰ ਨੂੰ ਦੇ ਦਿਓ, ਮੈਨੂੰ ਇਹ ਪਸੰਦ ਨਹੀਂ ਝਮੇਲਿਆਂ 'ਚ ਪੈਣਾ। ਪਰ ਪਿਓ ਦਾ ਕਹਿਣਾ ਮੋੜ ਵੀ ਨਹੀਂ ਸੀ ਸਕਦਾ, ਤਾਂ ਜ਼ਬਰਦਸਤੀ ਸਮਝੋ ਇੱਕ ਤਰ੍ਹਾਂ ਨਾਲ ਉਹਨੂੰ ਵਲੀ ਐਦ ਐਲਾਨਿਆ ਗਿਆ ਸੀ। ਤਉ ਮੇਲ ਸੰਤਨ ਸੋ ਰਾਖਾ, ਉਹ ਦਾਰਾ ਸ਼ਿਕੋਹ ਫਿਰ ਵੀ ਰਾਜ ਦੇ ਕੰਮ ਕਰਦਾ ਹੋਇਆ ਵੀ, ਆਪਣੀ ਡਿਊਟੀ ਕਰਦਾ ਹੋਇਆ ਵੀ ਸਮਾਂ ਕੱਢ ਕੇ ਸੰਤਾਂ ਦੀ ਸੰਗਤ ਜ਼ਰੂਰ ਕਰਦਾ ਸੀ। ਪਹੁੰਚੇ ਹੋਏ ਫਕੀਰ ਸ਼ਰਮਲ ਤਾਂ ਦਿੱਲੀ ਰਹਿੰਦਾ ਸੀ, ਨੰਗਾ ਹੀ ਫਿਰਦਾ ਸੀ। ਸਾਰੇ ਸਿਰ ਤੋਂ ਲੈ ਕੇ ਪੈਰਾਂ ਤੇ ਕੋਈ ਕੱਪੜਾ ਸ਼ਰਮਦ ਨੇ ਕਦੀ ਨਹੀਂ ਪਹਿਨਿਆ, ਨਾ ਸਿਰ 'ਤੇ, ਨਾ ਲੱਕ 'ਤੇ, ਨਾ ਪਿੰਡੇ 'ਤੇ, ਨੰਗਾ ਰਹਿੰਦਾ ਸੀ ਤੇ ਆਪਣੀ ਮਸਤੀ 'ਚ ਰਹਿੰਦਾ ਸੀ। ਤੇ ਦਾਰਾ ਸ਼ਿਕੋਹ ਦੇ ਪਿੱਛੇ ਪਿੱਛੇ ਗਲੀਆਂ 'ਚ ਤੁਰ ਪੈਂਦਾ ਸੀ। ਦੇਖੋ ਕਿਹੋ ਜਿਹੀ ਫਕੀਰੀ ਦੀ ਲਗਨ ਸੀ। ਹਾਲਾਂਕਿ ਫਕੀਰ, ਪਹਿਲਾਂ ਗੱਲ ਤਾਂ ਫਕੀਰ ਦੇ ਨੇੜੇ ਕੋਈ ਜਾਣਦਾ ਹੀ ਨਹੀਂ। ਆਮ ਲੋਕੀ ਸਮਝਦੇ ਆ ਪਾਗਲ ਹੈ, ਨੰਗਾ ਫਿਰਦਾ ਹੈ, ਇਹਨੂੰ ਕੀ ਪਤਾ ਹੈ, ਤਾਂ ਕੱਪੜਾ ਹੋਣਾ ਨਹੀਂ, ਇੱਦਾਂ ਦੀ ਗੱਲਾਂ ਸੋਚਦੇ। ਪਰ ਦਾਰਾ ਸ਼ਿਕੋਹ ਦੀ ਅੱਖ ਤਿੱਖੀ ਸੀ, ਉਹਨੇ ਪਛਾਣ ਲਿਆ ਵੀ ਇਹ ਜਿਹੜਾ ਨੰਗਾ ਤੜੰਗਾ ਫਿਰਦਾ ਹੈ ਇਹ ਕੀ ਚੀਜ਼ ਹੈ। ਉਹਦੀ ਸੰਗਤ ਕਰਨੀ, ਹੋਰ ਸਾਧੂਆਂ ਦੀ ਸੰਗਤ ਕਰਨੀ ਸਭ ਤੋਂ ਔਖਾ ਕੰਮ ਹੁੰਦਾ ਹੈ। ਸਮਾਜ ਵਿੱਚੋਂ ਨਿਕਲ ਕੇ ਸਾਧੂਆਂ ਦੀ ਸੰਗਤ ਕਰਨੀ। ਜਦੋਂ ਕੋਈ ਸਾਧੂਆਂ ਦੀ ਸੰਗਤ ਕਰਨ ਲੱਗਦਾ ਹੈ, ਸਮਾਜ ਬੜੇ ਪ੍ਰਤੀਬੰਧ ਲਾਉਂਦਾ, ਰੁਕਾਵਟਾਂ ਖੜੀਆਂ ਕਰਦਾ ਵੀ ਇਹ ਕੀ ਕਰ ਰਹੇ ਨੇ, ਕਿਉਂਕਿ ਸਾਧੂਆਂ ਦੀ ਭਗਤਾਂ ਦੀ ਚਾਲ ਸੰਸਾਰ ਨਾਲੋਂ ਵੱਖਰੀ ਹੁੰਦੀ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕਿਹੜੀ ਬਿਖਮ ਮਾਰਗ ਚੱਲਣਾ, ਔਖੀ ਘਾਟੀ ਚੜ੍ਹਦੇ। ਇਸ ਕਰਕੇ ਉਹ ਰਸਤੇ ਦੇ ਹਰ ਕੋਈ ਤੁਰ ਨਹੀਂ ਸਕਦਾ। ਤੇ ਬਾਦਸ਼ਾਹ ਦਾ ਪੁੱਤਰ ਹੋ ਕੇ ਫਿਰ ਫਕੀਰਾਂ ਦੀ ਸੰਗਤ ਕਰੇ, ਇਹ ਕੋਈ ਬਹੁਤ ਵੱਡੀ ਰੂਹ ਦਾ ਕੰਮ ਹੈ। ਹਰ ਆਦਮੀ ਲੋਕ ਲਾਜ ਨੂੰ ਛੱਡ ਨਹੀਂ ਸਕਦੇ। ਹਾਂਜੀ, ਬ੍ਰਹਮ ਗਿਆਨ ਨਿਸ਼ਚਾ ਅਭਿਲਾਖਾ, ਦਿਨ ਰਾਤ ਨਿਸ਼ਚਾ ਸੀ ਬ੍ਰਹਮ ਗਿਆਨ ਦੀ ਅਭਿਲਾਸ਼ਾ ਦਾ, ਉਸ ਪਰਮਾਤਮਾ ਦੇ ਸਰੂਪ ਦੀ ਪ੍ਰਾਪਤੀ ਹੋਵੇ। ਮੇਰਾ ਜਨਮ ਮਰਨ, ਮੇਰਾ ਆਵਾਗਾਉਣ ਕੱਟਿਆ ਜਾਵੇ। ਉਹ ਅੱਲਾਹ ਤਾਲਾ, ਉਹ ਖੁਦਾ, ਉਹ ਗਾਡ, ਉਹ ਭਗਵਾਨ, ਉਹ ਵਾਹਿਗੁਰੂ, ਉਹ ਨਿਰੰਕਾਰ ਮੈਨੂੰ ਮਿਲ ਜਾਵੇ। ਦਿਨ ਰਾਤ ਇਹੀ ਲਟਕ ਲੱਗੀ ਰਹਿੰਦੀ ਸੀ। ਮੀਆਂ ਮੀਰ ਨਿਕਟ ਇੱਕ ਦਿਨ ਮੈਂ, ਇੱਕ ਦਿਨ ਦੀ ਗੱਲ ਹੈ, ਮਹਾਂਪੁਰਸ਼ ਸਾਈਂ ਮੀਆਂ ਮੀਰ ਜੀ ਦੇ ਕੋਲ ਬੈਠਾ ਸੀ। ਬੈਠਿਓ ਹੁਤੋ ਪ੍ਰੇਮ ਬਹੁ ਮਨ ਮੈਂ, ਬੜਾ ਮਨ 'ਚ ਪ੍ਰੇਮ ਜਾਗਿਆ ਹੋਇਆ ਸੀ, ਬੜੀ ਸ਼ਰਧਾ 'ਚ ਭਿੱਜਿਆ ਹੋਇਆ ਸਾਈਂ ਮੀਆਂ ਮੀਰ ਦੇ ਬਚਨ ਸੁਣ ਰਿਹਾ ਸੀ ਦਾਰਾ ਸ਼ਿਕੋਹ। ਅਪਰ ਸੰਤ ਕੇ ਤਕ ਤਹ ਬੈਸੇ, ਹੋਰ ਵੀ ਕੁਝ ਸੰਤ ਉੱਥੇ ਬੈਠੇ ਸਨ। ਚਰਚਾ ਕਰਹਿ ਗਿਆਨ ਲਹਿ ਜਾਸੇ, ਤੇ ਉਹ ਸਾਰੇ ਸੰਤ ਬ੍ਰਹਮ ਗਿਆਨ ਦੀ ਚਰਚਾ ਕਰ ਰਹੇ ਸਨ। ਆਤਮ ਗਿਆਨ ਦੀ ਚਰਚਾ ਹੋ ਰਹੀ ਸੀ, ਜਿਹਦੇ ਨਾਲ ਸਰੂਪ ਦਾ ਪਤਾ ਲੱਗ ਜਾਵੇ। ਕਰੀ ਵਾਰਤਾ ਕਾਹੂ ਸੰਤ, ਕਿਸੇ ਸੰਤ ਨੇ ਗੱਲ ਛੇੜੀ। ਸ਼੍ਰੀ ਨਾਨਕ ਸਤ ਗੁਰ ਭਗਵੰਤ, ਗੁਰੂ ਨਾਨਕ ਦੇਵ ਜੀ। ਕਾਫੀ ਸੰਤ ਬੈਠੇ ਸਨ, ਫਕੀਰ ਬੈਠੇ ਸਨ, ਮੁਸਲਮਾਨ ਵੀ ਬੈਠੇ ਸਨ, ਹਿੰਦੂ ਸਾਧੂ ਵੀ ਬੈਠ ਜਾਂਦੇ ਸਨ। ਕਿਉਂਕਿ ਜਿਹੜੇ ਮੈਂ ਪਹਿਲਾਂ ਬੇਨਤੀ ਕੀਤੀ ਆ ਵੀ ਜਿਹੜੇ ਉੱਥੇ ਪਹੁੰਚਦੇ ਆ ਉਹਨਾਂ ਨੂੰ ਹੱਦ ਨਹੀਂ ਹੁੰਦੀ। ਹੱਦ ਟੱਪੇ ਔਲੀਆ, ਬੇਹੱਦ ਟੱਪੇ ਪੀਰ, ਹੱਦ ਬੇਹੱਦ ਦੋਨੋਂ ਟੱਪੇ ਤਿਸਕਾ ਨਾਮ ਫਕੀਰ। ਜਿਹੜਾ ਦੁਨੀਆ ਦੀ ਹੱਦ ਟੱਪਦਾ ਹੈ ਉਹਨੂੰ ਕਹਿੰਦੇ ਵੀ ਇਹ ਔਲੀਆ ਹੈ। ਜਿਹੜਾ ਬੇਹੱਦ ਵੀ ਟੱਪ ਜਾਂਦਾ ਉਹਨੂੰ ਕਹਿੰਦੇ ਇਹ ਪੀਰ ਹੈ। ਜਿਹੜਾ ਹੱਦ ਤੇ ਬੇਹੱਦ ਦੋਵੇਂ ਹੀ ਟੱਪ ਜਾਂਦਾ ਉਹ ਫਕੀਰ ਬਣਦਾ। ਫਕੀਰ ਬਣਨਾ ਕੋਈ ਸੌਖਾ ਕੰਮ ਨਹੀਂ। ਉੱਥੇ ਫਿਰ ਇਹ ਨਹੀਂ ਸੋਚਿਆ ਜਾਂਦਾ ਵੀ ਮੈਂ ਹਿੰਦੂ ਹਾਂ ਤੇ ਜੇ ਮੈਂ ਮਸਜਿਦ ਵਿੱਚ ਸਾਈਂ ਮੀਆਂ ਮੀਰ ਕੋਲ ਜਾ ਕੇ ਬੈਠਾਂਗਾ ਤੇ ਹਿੰਦੂ ਕੀ ਕਹਿਣਗੇ।
ਜਾਂ ਮੈਂ ਮੁਸਲਮਾਨ ਹਾਂ ਤੇ ਮੈਂ ਕਿਸੇ ਹਿੰਦੂ ਸਾਧੂ ਦੇ ਕੋਲ ਜਾ ਕੇ ਬੈਠਾਂਗਾ ਤੇ ਮੁਸਲਮਾਨ ਕੀ ਕਹਿਣਗੇ, ਜਾਂ ਮੈਂ ਸਿੱਖ ਹਾਂ, ਮੈਂ ਕਿਸੇ ਦੂਸਰੇ ਧਰਮ ਦੇ ਸਾਧੂ ਕੋਲ ਬੈਠਾ ਤੇ ਸਿੱਖ ਕੀ ਕਹਿਣਗੇ। ਇਹ ਗੱਲ ਦੀ ਪਰਵਾਹ ਨਹੀਂ ਰਹਿੰਦੀ। ਫਿਰ ਉੱਥੇ ਬੜੇ ਬੜੇ ਪਹੁੰਚੇ ਹੋਏ ਸੰਤ ਬੈਠੇ ਸਨ ਤੇ ਗੱਲ ਚੱਲੀ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ। ਹਾਂਜੀ, ਨਰਨ ਉਦਾਹਰਣ ਕਰੇ ਹਜ਼ਾਰੋ। ਗੱਲ ਕਿਸੇ ਨੇ ਛੇੜੀ ਵੀ ਗੁਰੂ ਨਾਨਕ ਦੇਵ ਜੀ ਨੇ ਹਜ਼ਾਰਾਂ ਲੋਕੀ ਬ੍ਰਹਮ ਗਿਆਨੀ ਬਣਾਤੇ, ਲੱਖਾਂ ਲੋਕੀ ਰੱਬ ਨਾਲ ਜੋੜ ਦਿੱਤੇ, ਲੱਖਾਂ ਕਰੋੜਾਂ ਦਾ ਉਧਾਰ ਕਰ ਦਿੱਤਾ। ਗਿਣਤੀ ਕਰੇ ਨਾ ਆਏ ਸ਼ਮਾਰੋ। ਗਿਣਤੀ ਨਹੀਂ ਹੋ ਸਕਦੀ। ਸੁਮਾਰ ਕਹਿੰਦੇ ਨੇ ਗਿਣਤੀ ਦਾ ਅੰਤ ਪਾ ਲੈਣਾ ਵੀ ਇੰਨੇ ਨੇ। ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗਿਣਾਤ ਹੈ। ਅਸਮਾਨ ਦੇ ਤਾਰੇ ਭਾਵੇਂ ਕੋਈ ਗਿਣ ਲਏ, ਪਰ ਗੁਰੂ ਬਾਬਾ ਜੀ ਨੇ ਸਿੱਖ ਕਿੰਨੇ ਤਾਰੇ ਹਨ ਕੋਈ ਨਹੀਂ ਗਿਣ ਸਕਦਾ। ਕਿਰਪਾ ਦ੍ਰਿਸ਼ਟਤਾ ਰੂਪ ਦਿਖਾਵੇ। ਧੰਨ ਗੁਰੂ ਨਾਨਕ ਦੇਵ ਜੀ ਕਿਰਪਾ ਦ੍ਰਿਸ਼ਟੀ ਕਰਕੇ, ਜਿਨ੍ਹਾਂ ਤੇ ਮਿਹਰ ਦੀ ਦ੍ਰਿਸ਼ਟੀ ਕਰਕੇ ਦੇਖਦੇ ਹਨ, ਆਪਣਾ ਸਰੂਪ ਦਿਖਾਉਂਦੇ ਹਨ, ਉਹਨਾਂ ਦਾ ਬੇੜਾ ਬੰਨੇ ਲਾ ਦਿੰਦੇ ਹਨ। ਜਨਮ ਮਰਨ ਕੋ ਕਸ਼ਟ ਮਿਟਾਵੇ। ਜਿਨ੍ਹਾਂ ਨੂੰ ਆਤਮ ਗਿਆਨ ਦੀ ਦਾਤ ਬਖਸ਼ੀ ਗੁਰੂ ਨਾਨਕ ਨੇ, ਉਹਨਾਂ ਦੇ ਜਨਮ ਮਰਨ ਦੇ ਕਸ਼ਟ ਕੱਟੇ ਗਏ। ਪੁਨ ਤਿਨ ਕੇ ਗਾਦੀ ਪਰ ਪਾਛੇ। ਫਿਰ ਉਹਨਾਂ ਦੀ ਗੱਦੀ ਦੇ ਉੱਤੇ ਜਿਹੜੇ ਮਹਾਂਪੁਰਸ਼ ਬੈਠੇ ਉਹ ਵੀ ਪੂਰੇ ਹੀ ਸਨ। ਹਾਂਜੀ, ਗਿਨ ਹੈ ਕੌਣ ਗੁਣ ਚੇਤਕ ਆਛੇ। ਉਹਨਾਂ ਵਿੱਚੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਦੂਸਰੇ ਨੰਬਰ ਤੇ ਸਨ। ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਜੀ, ਕਿਹੜੇ ਕਿਹੜੇ ਉਹਨਾਂ ਦੇ ਗੁਣ ਗਿਣੀਏ। ਉਹ ਸਾਰੇ ਮਹਾਂਪੁਰਸ਼ ਇੱਕ ਤੋਂ ਇੱਕ ਵਧੀਆ ਆਚਰਨ ਵਾਲੇ ਤੇ ਸਰਬੱਤ ਦਾ ਭਲਾ ਕਰਨ ਵਾਲੇ ਆਤਮ ਗਿਆਨੀ ਬ੍ਰਹਮ ਗਿਆਨੀ ਹੋਏ ਹਨ। ਅਬ ਸੋਹਤ ਸਤਿਗੁਰ ਹਰਿ ਰਾਏ। ਹੁਣ ਉਹਨਾਂ ਦੀ ਗੱਦੀ ਤੇ ਸ੍ਰੀ ਗੁਰੂ ਹਰਿ ਰਾਏ ਜੀ ਮਹਾਰਾਜ ਬਿਰਾਜਮਾਨ ਹਨ। ਦੀਨ ਬੰਦ ਸਿੱਖ ਬੰਦ ਮਿਟਾਏ। ਉਹ ਦੀਨਾਂ ਗਰੀਬਾਂ ਦੇ ਮਿੱਤਰ ਹਨ ਤੇ ਸਿੱਖਾਂ ਦੇ ਬੰਧਨ ਕੱਟਣ ਵਾਲੇ ਹਨ। ਬ੍ਰਹਮ ਗਿਆਨ ਕੇ ਹੈ ਬੜ ਦਾਨੀ। ਔਰ ਗੁਰੂ ਹਰਿ ਰਾਏ ਸਾਹਿਬ ਜੀ ਬ੍ਰਹਮ ਗਿਆਨ ਦੇ ਦਾਨੀ ਹਨ। ਉਹਨਾਂ ਦੇ ਖਜ਼ਾਨੇ ਬ੍ਰਹਮ ਗਿਆਨ ਨਾਲ ਭਰੇ ਹੋਏ ਨੇ। ਹਰ ਅੰਮ੍ਰਿਤ ਭਗਤ ਭੰਡਾਰ ਹੈ, ਗੁਰ ਸਤਿਗੁਰ ਪਾਸੇ RAM ਰਾਜੇ। ਗੁਰ ਸਤਿਗੁਰ ਸੱਚਾ ਸਾਹ ਹੈ, ਸਿੱਖ ਦੇ ਹਰ ਰਾਸੇ। ਆਪਣੇ ਇਸ ਖਜ਼ਾਨੇ ਚੋਂ ਆਪਣੇ ਸਿੱਖਾਂ ਨੂੰ ਭਗਤੀ ਦੇ ਸਿਮਰਨ ਦੇ ਛਾਂਦੇ ਬਖਸ਼ ਕੇ ਮਾਲਾਮਾਲ ਕਰ ਦਿੰਦੇ ਹਨ ਸਤਵੇਂ ਪਾਤਸ਼ਾਹ ਜੀ ਮਹਾਰਾਜ। ਬਿਰਤੀ ਸਮਾਨ ਲਾਭ ਅਰਹਾਨੀ। ਔਰ ਉਹਨਾਂ ਦੀ ਬਿਰਤੀ ਹਾਨ ਤੇ ਲਾਭ ਵਿੱਚ ਬਰਾਬਰ ਹੈ। ਜੇ ਨਫਾ ਹੋ ਜੇ ਤਾਂ ਖੁਸ਼ ਨਹੀਂ ਹੁੰਦੇ, ਨੁਕਸਾਨ ਹੋ ਜੇ ਤੇ ਦੁਖੀ ਨਹੀਂ ਹੁੰਦੇ। ਇਹੋ ਜਿਹੀ ਉਹਨਾਂ ਦੀ ਵਿਵਸਥਾ ਹੈ। ਮੀਆਂ ਮੀਰ ਤਬ ਹੈ ਸੁਨ ਕਹਿਓ। ਤਾਂ ਮੀਆਂ ਮੀਰ ਨੇ ਜਿਹੜੇ ਉੱਥੇ ਬੈਠੇ ਸਨ ਮਹਾਂਪੁਰਸ਼ਾਂ ਜੀ, ਮੀਆਂ ਮੀਰ ਜੀ, ਇਹ ਗੱਲ ਸੁਣ ਕੇ ਕਿਸੇ ਸੰਤ ਕੋਲੋਂ ਏਦਾਂ ਆਖਿਆ। ਸੋ ਤੋ ਤਨ ਖੁਦਾਏ ਕੋ ਅਹਿਓ। ਉਹ ਕਹਿਣ ਲੱਗੇ, ਕਹਿੰਦੇ ਜੀ ਗੁਰੂ ਨਾਨਕ ਕੀ ਕਿਆ ਬਾਤ ਹੈ। ਗੁਰੂ ਨਾਨਕ ਤਾਂ ਖੁਦਾਈ ਦੁਨੀਆ ਤੇ ਆਇਆ ਸੀ। ਸਾਨੂੰ ਤਾਂ ਏਦਾਂ ਲੱਗਦਾ ਵੀ ਖੁਦਾ ਨੇ, ਅੱਲਾ ਨੇ ਹੀ ਉਹ ਰੂਪ ਬਣਾ ਲਿਆ ਸੀ। ਕਰਬੇ ਲੋਕਨ ਕੀ ਕਲਿਆਣ। ਲੋਕਾਂ ਦਾ ਭਲਾ ਕਰਨ ਲਈ ਖੁਦਾਵੰਦ ਕਰੀਮ। ਹਾਲਾਂਕਿ ਇਸਲਾਮ ਦੇ ਵਿੱਚ ਸਾਧ ਸੰਗਤ ਜੀ ਕਿਸੇ ਸਰੀਰ ਨੂੰ ਰੱਬ ਨਹੀਂ ਮੰਨਦੇ। ਇੱਥੋਂ ਤੱਕ ਵੀ ਹਜ਼ਰਤ ਮੁਹੰਮਦ ਸਾਹਿਬ ਨੂੰ ਵੀ ਜੇ ਕੋਈ ਖੁਦਾ ਕਹਿ ਦੇਵੇ ਤੇ ਮੁਸਲਮਾਨ ਲੜ ਪੈਂਦੇ ਆ ਵੀ ਨਹੀਂ, ਖੁਦਾ ਜਿਹੜਾ ਹੈ ਲਾ ਸ਼ਰੀਕ ਹੈ। ਗੱਲ ਤਾਂ ਕੁਰਾਨ ਵਿੱਚ ਸਹੀ ਲਿਖੀ ਹੈ, ਪਰ ਮੇਰੇ ਮੁਸਲਮਾਨ ਵੀਰਾਂ ਨੂੰ ਸ਼ਾਇਦ ਉਹ ਗੱਲ ਸਮਝ ਨਹੀਂ ਆਈ। ਉਹ ਜਿਹੜੀ ਗੱਲ ਕਹੀ ਹੈ ਕੁਰਾਨ ਦੇ ਵਿੱਚ ਵੀ ਖੁਦਾ ਲਾ ਸ਼ਰੀਕ ਹੈ, ਉਹ ਕਿਸੇ ਬ੍ਰਹਮ ਗਿਆਨੀ ਨੂੰ, ਅਨੁਭਵ ਵਾਲੇ ਨੂੰ ਤਾਂ ਪਤਾ ਲੱਗ ਸਕਦੀ ਵੀ ਕਿਵੇਂ ਲਾ ਸ਼ਰੀਕ ਹੈ। ਪਰ ਉਹ ਇੱਦਾਂ ਸਮਝਦੇ ਆ ਵੀ ਕਿਸੇ ਮਹਾਂਪੁਰਸ਼ ਨੂੰ ਜੇ ਅਸੀਂ ਖੁਦਾ ਕਹਿ ਦਿਆਂਗੇ ਤੇ ਉਹ ਉਹਦਾ ਸ਼ਰੀਕ ਬਣ ਜਾਏਗਾ। ਹਾਲਾਂਕਿ ਸ਼ਰੀਕ ਨਹੀਂ ਹੁੰਦਾ। ਸਮੁੰਦਰ ਦੀ ਬੂੰਦ ਸਮੁੰਦਰ ਹੀ ਹੁੰਦੀ ਹੈ। ਆਖੋ ਸ੍ਰੀ ਵਾਹਿਗੁਰੂ। ਪਾਣੀ ਦੀ ਬੂੰਦ ਪਾਣੀ ਹੀ ਹੁੰਦੀ ਹੈ, ਉਹ ਉਸ ਤੋਂ ਵੱਖਰੀ ਨਹੀਂ ਹੁੰਦੀ। ਇਹ ਗੱਲ ਉਹਨਾਂ ਵੀਰਾਂ ਨੂੰ ਅਜੇ ਸਮਝ ਨਹੀਂ ਆਈ। ਸਾਰਿਆਂ ਨੂੰ ਤਾਂ ਨਹੀਂ, ਸਾਈਂ ਮੀਆਂ ਵਰਗਿਆਂ ਨੂੰ ਤੇ ਆਈ ਹੈ, ਸ਼ਰਮਦ ਵਰਗਿਆਂ ਨੂੰ ਆਈ ਹੈ, ਮਨਸੂਰ ਨੂੰ ਆਈ ਹੈ, ਤੇ ਜਿਨ੍ਹਾਂ ਨੂੰ ਆਈ ਹੈ ਉਹ ਤਾਂ ਪਹੁੰਚ ਗਏ। ਤੇ ਜਿਹੜੇ ਵਿਚਾਰੇ ਬਸ ਹੱਦਾਂ 'ਚ ਹੀ ਖੜੇ ਨੇ, ਕੰਧਾਂ ਖੜੀਆਂ ਕਰਕੇ, ਅੱਜ ਅਸੀਂ ਵੀ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਇਸ ਗੱਲ ਨੂੰ ਨਹੀਂ ਮੰਨ ਸਕਦੇ। ਪਹਿਲੀ ਗੱਲ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੀ ਨਹੀਂ, ਅਸੀਂ ਸਿਰਫ ਮੱਥਾ ਟੇਕਦੇ ਹਾਂ। ਪਹਿਲੀ ਗੱਲ ਤਾਂ ਸੁਣਨਾ ਹੁੰਦਾ, ਫੇਰ ਮੰਨਣਾ ਹੁੰਦਾ। ਅਜੇ ਸੁਣਿਆ ਹੀ ਨਹੀਂ, ਮੰਨਣਾ ਕੀ ਆ। ਆਖੋ ਸ੍ਰੀ ਵਾਹਿਗੁਰੂ। ਅਜੇ ਤਾਂ ਅਸੀਂ ਗੁਰੂ ਮਹਾਰਾਜ ਦੀ ਬਾਣੀ ਨੂੰ ਸੁਣਿਆ ਨਹੀਂ। ਜਦੋਂ ਸੁਣਾਂਗੇ
ਫਿਰ ਦੇਖਾਂਗੇ ਵੀ ਅਸੀਂ ਮੰਨ ਸਕਦੇ ਹਾਂ ਕਿ ਨਹੀਂ ਮੰਨ ਸਕਦੇ। ਪਹਿਲਾਂ ਗੱਲ ਸੁਣਨੀ ਪੈਂਦੀ ਕਿਸੇ ਦੀ। ਉਹ ਕਹਿੰਦਾ ਮੇਰੀ ਗੱਲ ਮੰਨੇਗਾ? ਕਹਿੰਦੇ ਪਹਿਲਾਂ ਸੁਣਾ, ਜੇ ਤੇਰੀ ਗੱਲ ਮੇਰੀ ਸਮਝ ਆਈ ਮੰਨ ਲਾਂਗਾ, ਜੇ ਹੋ ਸਕਿਆ ਨਹੀਂ ਸਮਝ ਆਈ ਮੈਂ ਕਹਿ ਦਿਆਂਗਾ ਵੀ ਸੌਰੀ ਮੈਂ ਨਹੀਂ ਮੰਨ ਸਕਦਾ। ਤੇ ਅੱਜ ਅਸੀਂ ਕਹਿੰਦੇ ਅਸੀਂ ਮੰਨਦੇ ਹਾਂ ਜੀ ਗੁਰੂ ਗ੍ਰੰਥ ਸਾਹਿਬ ਨੂੰ, ਸੁਣਿਆ ਤਾਂ ਕੱਖ ਵੀ ਨਹੀਂ। ਅਜੇ ਤਾਂ ਗੁਰੂ ਗ੍ਰੰਥ ਸਾਹਿਬ ਸੁਣਨਾ ਫਿਰ ਮੰਨਣਾ। 4 ਪੌੜੀਆਂ ਜਪਜੀ ਸਾਹਿਬ ਸੁਣਨ ਦੀਆਂ ਨੇ, ਫਿਰ ਮੰਨਣ ਦੀਆਂ ਨੇ। ਜਦੋਂ ਇਹ ਗੱਲ ਆਵੇਗੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਤੇ ਜਦੋਂ ਇਹ ਬਚਨ ਆਉਣਗੇ, ਰਾਮ ਸੰਤ ਮੈਂ ਭੇਦ ਕਿਛ ਨਾਹੀ, ਏਕ ਜਨ ਕਈ ਮੈਂ ਲਾਖ ਕਰੋੜੈ। ਫਿਰ ਜਦੋਂ ਇਹ ਬਚਨ ਆਉਣਗੇ ਬਈ ਮੇਰੋ ਸੇਵਕ ਦਾਸ ਅਨੰਨ ਮੇਰੋ ਨਿਜ ਰੂਪ, ਮੇਰਾ ਆਨੰਦ ਸੇਵਕ ਮੇਰਾ ਹੀ ਰੂਪ ਹੈ। ਇਹ ਅਕਾਲ ਪੁਰਖ ਕਹਿ ਰਿਹਾ, ਦਾਸ ਆਨੰਦ ਮੇਰੋ ਨਿਜ ਰੂਪ, ਮੇਰਾ ਰੂਪ ਹੈ। ਤੇ ਫਿਰ ਅੱਜ ਕੱਲ੍ਹ ਦੇ ਸਿੱਖਾਂ ਨੂੰ ਹਜਮ ਨਹੀਂ ਹੋਵੇਗੀ, ਜਿਨ੍ਹਾਂ ਨੂੰ ਅੱਜ ਦਸਮ ਦੀ ਬਾਣੀ ਨਹੀਂ ਹਜਮ ਹੋ ਰਹੀ, ਜਿਨ੍ਹਾਂ ਨੂੰ ਸੂਰਜ ਪ੍ਰਕਾਸ਼ ਨਹੀਂ ਹਜਮ ਹੋ ਰਿਹਾ, ਉਹਨਾਂ ਨੂੰ ਇਹ ਗੱਲ ਵੀ ਹਜਮ ਨਹੀਂ ਹੋ ਸਕਦੀ ਕਿ ਕੋਈ ਸੰਤ ਰੱਬ ਵੀ ਹੋ ਸਕਦਾ, ਕੋਈ ਭਗਤ ਪ੍ਰਮਾਤਮਾ ਦਾ ਰੂਪ ਹੋ ਸਕਦਾ। ਖਾਲਸਾ ਜੀ, ਇਹਦੇ ਵਿੱਚ ਹੁਣ ਗ੍ਰੰਥਾਂ ਦਾ ਕੋਈ ਕਸੂਰ ਨਹੀਂ। ਮੇਰਾ ਹਾਜ਼ਮਾ ਨਹੀਂ ਕੰਮ ਕਰਦਾ, ਲੰਘਦੀ ਤਾਂ ਮੇਰੇ ਅੰਦਰ ਖਿਚੜੀ ਵੀ ਕੋਈ ਨਹੀਂ, ਤੇ ਮੈਂ ਜਾ ਕੇ ਵੱਡੇ ਵੱਡੇ ਉਹ ਭਾਰੇ ਪੀਜੇ ਖਾਵਾਂ ਤੇ ਫਿਰ ਤਾਂ ਬਿਮਾਰ ਹੋਣਾ ਹੀ ਹੈ ਨਾ। ਸੋ ਪਹਿਲਾਂ ਭਾਈ ਆਪਣਾ ਹਾਜ਼ਮਾ ਠੀਕ ਕਰ ਲਓ, ਫਿਰ ਇਹਨਾਂ ਗ੍ਰੰਥਾਂ ਦੀ ਗੱਲ ਸਮਝ ਆਵੇਗੀ ਹੌਲੇ ਹੌਲੇ। ਦੇਖੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਰੇ ਸਾਈਂ ਮੀਆਂ ਮੀਰ ਇੱਕ ਮੁਸਲਮਾਨ ਕਹਿ ਰਿਹਾ ਕਿ ਗੁਰੂ ਨਾਨਕ ਕੋਈ ਵਿਅਕਤੀ ਨਹੀਂ, ਗੁਰੂ ਨਾਨਕ ਇੱਕ ਸ਼ਕਤੀ ਹੈ, ਉਸ ਅੱਲਾਹ ਪਾਕ ਦੀ ਖੁਦਾ ਦੀ ਜਾਤ ਹੈ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਹਾਂਜੀ, ਕਰਬੇ ਲੋਕਨ ਕੀ ਕਲਿਆਣ। ਗੁਰੂ ਨਾਨਕ ਖੁਦਾ ਹੀ ਸੀ, ਖੁਦਾ ਲੋਕਾਂ ਦਾ ਭਲਾ ਕਰਨ ਲਈ ਬੰਦੇ ਦੇ ਰੂਪ ਵਿੱਚ ਆ ਗਿਆ ਸੀ। ਧਰ ਸਰੂਪ ਪੇ ਬਿਦਤ ਜਹਾਨ। ਉਹ ਪਰਮਾਤਮਾ ਨੇ ਹੀ ਗੁਰੂ ਨਾਨਕ ਦਾ ਰੂਪ ਧਾਰਨ ਕੀਤਾ ਹੈ ਤੇ ਸੰਸਾਰ ਵਿੱਚ ਪ੍ਰਗਟ ਹੋਏ ਹਨ। ਸ਼੍ਰੀ ਹਰਗੋਬਿੰਦ ਤਿਨਹੁ ਪਿਤਾਮਾ। ਹੁਣ ਜੋ ਗੱਦੀ ਤੇ ਬੈਠੇ ਹਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ, ਇਹਨਾਂ ਦੇ ਜੋ ਦਾਦਾ ਜੀ ਸਨ ਉਹਨਾਂ ਦਾ ਨਾਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੀ। ਆਏ ਧਰਕੀ ਨੇ ਸੰਗਰਾਮਾ। ਉਹ ਬੜੇ ਸੂਰਮੇ ਯੋਧੇ ਸਨ, ਸ਼ਸਤਰਧਾਰੀ ਸਨ। ਉਹਨਾਂ ਨੇ ਸ਼ਸਤਰ ਰੱਖ ਕੇ ਧਰਮ ਦੇ ਵਾਸਤੇ, ਦੇਸ਼ ਦੇ ਵਾਸਤੇ, ਕੌਮ ਦੇ ਵਾਸਤੇ ਵੱਡੇ ਵੱਡੇ ਯੁੱਧ ਲੜੇ ਹਨ। ਮੁਲਾਕਾਤ ਤਿਨ ਸਾਥ ਹਮਾਰੀ। ਸਾਈਂ ਮੀਆਂ ਮੀਰ ਜੀ ਦੱਸ ਰਹੇ, ਦਾਰਾ ਸ਼ਿਕੋ ਸੁਣ ਰਿਹਾ, ਕਹਿ ਰਹੇ ਨੇ ਕਿ ਸਾਡੀ ਗੁਰੂ ਹਰਗੋਬਿੰਦ ਸਾਹਿਬ ਨਾਲ ਮੁਲਾਕਾਤ ਸੀ, ਉਹਨਾਂ ਨਾਲ ਸਾਡਾ ਬਹੁਤ ਮਿਲਾਪ ਸੀ, ਅਸੀਂ ਉਹਨਾਂ ਦੀ ਬਹੁਤ ਸੰਗਤ ਕੀਤੀ ਹੈ। ਭਈ ਹੁਤੀ ਸਭ ਕਰਨੇ ਹਾਰੀ। ਉਹਨਾਂ ਨਾਲ ਜਿੰਨੀਆਂ ਮੁਲਾਕਾਤਾਂ ਹੋਈਆਂ ਨੇ ਸਾਨੂੰ ਆਤਮਿਕ ਆਨੰਦ 'ਚ ਵਾਧਾ ਮਿਲਿਆ ਹੈ। ਉਹਨਾਂ ਦੇ ਕੋਲ ਬਹਿ ਕੇ ਹੀ ਬਿਰਤੀ ਬਾਹਰ ਮੁਖੀ ਨਹੀਂ ਸੀ ਰਹਿੰਦੀ, ਅੰਤਰਮੁਖੀ ਹੋ ਜਾਂਦੀ ਸੀ। ਉਹਨਾਂ ਦੇ ਵਾਈਬ੍ਰੇਸ਼ਨ ਹੀ ਐਸੀ ਸੀ, ਉਹਨਾਂ ਦੇ ਸਰੀਰ ਦੀਆਂ ਤਰੰਗਾਂ ਹੀ ਐਸੀਆਂ ਸਨ ਵੀ ਉਹਨਾਂ ਕੋਲ ਬੈਠਿਆਂ ਆਤਮਾ ਪਰਮਾਤਮਾ ਇੱਕ ਰੂਪ ਹੋ ਕੇ ਦਿਸਦੇ ਸਨ। ਬੰਦੇ ਸ਼ਰਾ ਤੁਰਕ ਮਤਮੰਦ। ਫਿਰ ਸਾਈਂ ਮੀਆਂ ਮੀਰ ਜੀ ਨੇ ਆਪਣੀ ਬਰਾਦਰੀ ਦੇ ਲੋਕਾਂ ਦੀ ਆਲੋਚਨਾ ਇਉਂ ਕੀਤੀ, ਕਹਿਣ ਲੱਗੇ ਸਾਡੇ ਮੁਸਲਮਾਨ ਵੀਰ ਜਿਹੜੇ ਹਨ ਉਹ ਸ਼ਰ੍ਹਾ ਦੀ ਕੈਦ ਵਿੱਚ ਬੰਨੇ ਹੋਏ ਹਨ। ਤਰਕਤ ਕੀਨੋ ਸ਼ੋਰ ਬਿਲੰਦ। ਇਹ ਤਰਕਾਂ ਕਰਦੇ ਨੇ। ਅਸੀਂ ਸਾਈਂ ਮੀਆਂ ਮੀਰ ਜੀ ਕਹਿੰਦੇ ਅਸੀਂ ਉਹਨਾਂ ਨੂੰ ਘੋੜੇ ਤੋਂ ਲੈਣ ਗਏ ਸੀਗੇ ਅੱਗੋਂ ਦੀ, ਤੇ ਇਹਨਾਂ ਨੇ ਸ਼ਾਹਜਹਾਨ ਬਾਦਸ਼ਾਹ ਕੋਲ ਸ਼ਿਕਾਇਤ ਕਰਤੀ ਸੀ ਵੀ ਗੁਰੂ ਹਰਗੋਬਿੰਦ ਨੂੰ ਘੋੜੇ ਤੋਂ ਚੜੇ ਚੜਾਇਆ, ਰਕਾਬ ਫੜ ਕੇ ਆਪਣੇ ਡੇਰੇ ਲਿਆਂਦਾ, ਆਪਣੇ ਤੋਂ ਉੱਚਾ ਬਿਠਾਇਆ, ਆਪ ਨੀਵੇਂ ਬੈਠੇ ਸਾਈਂ ਜੀ। ਫਿਰ ਗੁਰੂ ਹਰਗੋਬਿੰਦ ਸਾਹਿਬ ਨਾਲ ਗੱਲਾਂ ਬਾਤਾਂ ਕੀਤੀਆਂ, ਫਿਰ ਉਹਨਾਂ ਨੂੰ ਛੱਡਣ ਵੀ ਗਏ, ਆਪ ਪੈਦਲ ਗਏ, ਗੁਰੂ ਨੂੰ ਘੋੜੇ ਤੇ ਬਹਾ ਕੇ ਲੈ ਗਏ। ਇਸ ਗੱਲ ਦੀ ਸ਼ਿਕਾਇਤ ਮੁਤੱਸਬੀ ਲੋਕਾਂ ਨੇ ਬਾਦਸ਼ਾਹ ਸ਼ਾਹਜਹਾਨ ਕੋਲ ਕੀਤੀ ਸੀ, ਤੇ ਬਾਦਸ਼ਾਹ ਨੇ ਪੁੱਛਿਆ ਵੀ ਸੀ, ਤੇ ਸਾਈਂ ਜੀ ਨੇ ਆਖਿਆ ਸੀ ਬਾਦਸ਼ਾਹ ਤੈਨੂੰ ਪੂਰੀ ਗੱਲ ਤਾਂ ਨਹੀਂ ਸਮਝ ਆ ਸਕਦੀ, ਪਰ ਇੰਨੀ ਗੱਲ ਦੱਸਦਾ ਵੀ ਜਦੋਂ ਮੈਂ ਅੱਲਾ ਦੇ ਦਰਬਾਰ 'ਚ ਜਾਂਦਾ ਹਾਂ, ਜਿੰਨੇ ਵੀ ਫਕੀਰ ਪਹੁੰਚੇ ਹੋਏ ਨੇ ਭਾਵੇਂ ਹਿੰਦੂ ਮੁਸਲਮਾਨ, ਜਦੋਂ ਅੱਲਾ ਦਾ ਦਰਵਾਜ਼ਾ ਖੜਕਾਉਂਦੇ ਨੇ
ਉਸ ਨੂਰ ਦਾ ਤਖਤ ਜਿਹੜਾ ਹੈ, ਨੂਰ ਦਾ ਦਰਵਾਜ਼ਾ ਉਹ ਖੁੱਲ੍ਹਦਾ ਹੈ, ਉਹਦੇ ਵਿੱਚੋਂ ਇੱਕ ਮਹਾਂਪੁਰਸ਼ ਬਾਹਰ ਆਉਂਦੇ ਨੇ, ਸਾਡੀ ਅਰਜ਼ੀ ਲੈ ਕੇ ਚਲੇ ਜਾਂਦੇ ਨੇ, ਘੜੀ ਪਿੱਛੋਂ ਆ ਕੇ ਸਾਡੇ ਫੈਸਲੇ ਦੱਸ ਦਿੰਦੇ ਨੇ। ਉਹ ਸਾਨੂੰ ਨਹੀਂ ਪਤਾ ਕਿ ਉਹ ਕੌਣ ਨੇ, ਪਰ ਉਹ ਖੁਦਾ ਨੇ ਜਾਂ ਖੁਦਾ ਦੇ ਬੰਦੇ ਨੇ, ਪਰ ਸ਼ਕਲ ਉਹਨਾਂ ਦੀ ਗੁਰੂ ਹਰਗੋਬਿੰਦ ਸਾਹਿਬ ਹੀ ਹੈ। ਯਾਨੀ ਗੁਰੂ ਹਰਗੋਬਿੰਦ ਸਾਹਿਬ ਖੁਦਾ ਹੈ ਜਾਂ ਖੁਦਾ ਦਾ ਬੰਦਾ। ਮੈਂ ਇਹਦੀ ਵਿਆਖਿਆ ਨਹੀਂ ਕਹਿੰਦੇ ਕਰ ਸਕਦਾ, ਤੈਨੂੰ ਸਮਝਾ ਨਹੀਂ ਸਕਦਾ, ਤੂੰ ਜਿਵੇਂ ਮਰਜ਼ੀ ਸਮਝ ਲੈ, ਖੁਦਾ ਦਾ ਬੰਦਾ ਕਹਿ ਲੈ ਜਾਂ ਖੁਦਾ ਕਹਿ ਲੈ, ਗੱਲ ਇੱਕੋ ਹੀ ਹੈ। ਸੋ ਕਹਿਣ ਦਾ ਮਤਲਬ ਤਾਂ ਇਹ ਸੀ ਵੀ ਖੁਦਾ ਹੀ ਹੈ, ਕਿਉਂਕਿ ਸਾਡੀ ਤਾਂ ਉਹਨਾਂ ਤੱਕ ਪਹੁੰਚ ਹੈ, ਅੱਗੇ ਜਾਣਨ ਉਹ ਜਾਣਦੇ, ਖੁਦਾ ਜਾਣੇ। ਇਹੋ ਜਿਹੀ ਗੁਰੂ ਸਾਹਿਬ ਬਾਰੇ ਭਾਵਨਾ ਰੱਖਦੇ ਸਨ। ਪਾਕ ਅਲਹ ਕੀ ਮੂਰਤ ਅਹ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅੱਲਾਹ ਪਾਕ ਦੀ ਮੂਰਤ ਸਨ, ਜਿਨ ਕੇ ਗੁਣ ਕੋ ਪਾਰਣ ਲਹ। ਉਹਨਾਂ ਦੇ ਗੁਣਾਂ ਦਾ ਪਾਰਲਾ ਪਾਸਾ ਕਿਸੇ ਕੋਲੋਂ ਵੀ ਨਹੀਂ ਪਾਇਆ ਗਿਆ, ਅੰਤ ਨਹੀਂ ਕੋਈ ਪਾ ਸਕਿਆ। ਦਰਸ਼ਨ ਉਚਿਤ ਸਦਾ ਤਿਨ ਕੇਰਾ, ਉਹਨਾਂ ਦੇ ਦਰਸ਼ਨ ਬੜੇ ਭਾਗਾਂ ਵਾਲਿਆਂ ਨੂੰ ਮਿਲਦੇ ਸਨ। ਜਿਨ੍ਹਾਂ ਨੇ ਦਰਸ਼ਨ ਕੀਤੇ ਉਹ ਨਿਹਾਲ ਨਿਹਾਲ ਹੋ ਗਏ। ਸਿਮਰੇ ਨਾਮ ਆਨੰਦ ਵਡੇਰਾ, ਗੁਰੂ ਹਰਗੋਬਿੰਦ ਜੀ ਦਾ ਨਾਂ ਲੈਣ ਨਾਲ ਹੀ ਆਨੰਦ ਆ ਜਾਂਦਾ ਸੀਗਾ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਜਿਹੜਾ ਏਦਾਂ ਸ਼ਰਧਾ ਨਾਲ ਮਹਾਰਾਜ ਦਾ ਨਾਮ ਹੀ ਲਵੇ, ਉਹਨੂੰ ਹੀ ਠੰਡ ਪੈ ਜਾਂਦੀ ਹੈ। ਸੁਨਿਓ ਸਜਸ ਅਸ ਦਾਰਸ਼ ਕੋਹ, ਜਦੋਂ ਦਾਰਾ ਸ਼ਿਕੋਹ ਨੇ ਸਾਈਂ ਮੀਆਂ ਮੀਰ ਜੀ ਦੀ ਪਵਿੱਤਰ ਰਸਨਾ ਤੋਂ ਇਹ ਬਚਨ ਸੁਣੇ, ਚਿਤਵਤ ਕਿਮ ਦਰਸ਼ਨ ਤਿਨ ਹੋਹ। ਦਾਰਾ ਸ਼ਿਕੋਹ ਸੋਚਣ ਲੱਗ ਪਿਆ ਵੀ ਮੈਨੂੰ ਗੁਰੂ ਸਾਹਿਬ ਦੇ ਦਰਸ਼ਨ ਕਿਵੇਂ ਹੋਣਗੇ, ਬਾਦਸ਼ਾਹ ਕੇ ਕਾਜ ਵਡੇਰੇ। ਕਿਉਂਕਿ ਬਾਦਸ਼ਾਹੀਆਂ ਦੀ ਜ਼ਿੰਮੇਵਾਰੀਆਂ ਬੜੀਆਂ, ਬਾਦਸ਼ਾਹ ਦੇ ਕੰਮ ਵੱਡੇ ਹੁੰਦੇ ਆ। ਬਾਦਸ਼ਾਹ ਇੱਕ ਤਰ੍ਹਾਂ ਦਾ ਕੈਦੀ ਹੁੰਦਾ ਹੈ। ਕਿਵੇਂ? ਉਹ ਇਕੱਲਾ ਕਿ ਹਰ ਥਾਂ ਤੇ ਜਾ ਨਹੀਂ ਸਕਦਾ, ਨਾਲ ਬਾਡੀਗਾਰਡ ਜਾਣਗੇ, ਫੌਜਾਂ ਜਾਣਗੀਆਂ, ਫਿਰ ਉਹਦੀ ਜਾਨ ਨੂੰ ਖਤਰਾ ਵੀ ਹੁੰਦਾ। ਬਾਦਸ਼ਾਹਾਂ ਦੇ ਕੰਮ ਬਹੁਤ ਵੱਡੇ ਹੁੰਦੇ ਹਨ। ਗੁਣ ਦੁਸ਼ਮਨ ਹੋਏ ਰਹੇ ਕਨੇਰੇ, ਫਿਰ ਬਾਦਸ਼ਾਹ ਦਾਰਾ ਸ਼ਿਕੋਹ ਦੀ ਜਾਨ ਨੂੰ ਹੋਰ ਖਤਰਾ ਸੀ ਕਿ ਔਰੰਗਜ਼ੇਬ ਉਹਦੇ ਭਰਾ ਨੇ ਉਹਨੂੰ ਮਾਰਨ ਦੀਆਂ ਸਾਜ਼ਿਸ਼ਾਂ ਬੜੀਆਂ ਘੜੀਆਂ ਸਨ। ਜਾਂ ਤੇ ਅਵਸਰ ਮਿਲਣ ਨਾ ਭਇਓ, ਸੋ ਇਹਨੂੰ ਮਹਾਰਾਜ ਦੇ ਨਾਲ ਮਿਲਣ ਦਾ ਅਜੇ ਤੱਕ ਮੌਕਾ ਨਹੀਂ ਸੀ ਮਿਲ ਰਿਹਾ। ਹਿਰਦੇ ਪ੍ਰੇਮ ਤਿਨ ਪ੍ਰਤ ਬਿਰਦਿਓ, ਤੇ ਦਿਨੋਂ ਦਿਨ ਪ੍ਰੇਮ ਵੱਧਦਾ ਜਾ ਰਿਹਾ ਸੀ ਵੀ ਗੁਰੂ ਹਰਿਰਾਏ ਸਾਹਿਬ ਦੇ ਮੈਂ ਦਰਸ਼ਨ ਕਰਨੇ ਨੇ। ਖਤ ਮਹਿ ਲਿਖ ਕਰ ਪ੍ਰੇਮ ਪਠਾਇਬ, ਉਹਨੇ ਗੁਰੂ ਸਾਹਿਬ ਵੱਲ ਇੱਕ ਚਿੱਠੀ ਪ੍ਰੇਮ ਪੱਤਰ ਲਿਖਿਆ, ਜਿਹੜਾ ਇੱਕ ਮੁਰਸ਼ਿਦ ਨੂੰ ਇੱਕ ਉਹਦਾ ਮੁਰੀਦ ਲਿਖਦਾ ਹੈ। ਮਿਲਨ ਸ਼ੌਕਨਾਮਾ ਉਪਜਾਇਬ, ਉਹ ਸ਼ੌਕਨਾਮਾ ਸੀ, ਜਿਵੇਂ ਸ਼ੌਂਕ ਹੁੰਦਾ ਨਾ ਵੀ ਮੇਰਾ ਆਹ ਸ਼ੌਂਕ ਹੈ, ਮੇਰੀ ਇਹ ਇੱਛਾ ਹੈ। ਉਹਨੇ ਮਿਲਣ ਦਾ ਸ਼ੌਂਕ ਜ਼ਾਹਰ ਕੀਤਾ ਸੀ। ਚਿੱਠੀ 'ਚ ਲਿਖਿਆ ਸੀ ਵੀ ਮਹਾਰਾਜ ਮੈਂ ਆਪ ਜੀ ਦੇ ਪਵਿੱਤਰ ਦਰਸ਼ਨ ਮੁਕੱਦਸ ਦਰਸ਼ਨ ਕਰਨੇ ਚਾਹੁੰਦਾ ਹਾਂ। ਸ਼੍ਰੀ ਹਰਿ ਰਾਏ ਨਿਕਟ ਪਹੁੰਚਾਇਆ, ਉਹ ਜਿਹੜਾ ਸ਼ੌਕਨਾਮਾ ਸੀ ਉਹਨੇ ਗੁਰੂ ਸਾਹਿਬ ਜੀ ਦੇ ਕੋਲ ਪਹੁੰਚਾਇਆ। ਮਹਾਰਾਜ ਸਤਵੇਂ ਪਾਤਸ਼ਾਹ ਕੋਲ ਭੇਜਿਆ ਲਿਖ ਕੇ। ਕਾਸਤ ਗਇਓ ਬੰਦ ਕੀ ਗਾਇਓ, ਉਹ ਕਾਸ਼ਤ ਚਿੱਠੀ ਲਿਜਾਣ ਵਾਲਾ ਹਲਕਾਰਾ ਲੈ ਕੇ ਗਿਆ ਤੇ ਉਹਨੇ ਗੁਰੂ ਸਾਹਿਬ ਜੀ ਨੂੰ ਉਹ ਚਿੱਠੀ ਭੇਟਾ ਕੀਤੀ ਦਾਰਾ ਸ਼ਿਕੋਹ ਦੀ। ਸ਼੍ਰੀ ਗੁਰ ਸੁਨਤ ਭਏ ਖੁਲਵਾਏ, ਗੁਰੂ ਸਾਹਿਬ ਜੀ ਨੇ ਆਪਣੇ ਦਰਬਾਰ ਵਿੱਚ ਉਹ ਚਿੱਠੀ ਖੋਲ ਕੇ ਸੁਣੀ ਸੀ। ਸਾਧ ਸੰਗਤ ਜੀ, ਮਹਾਰਾਜ ਨੂੰ ਜੋ ਚਿੱਠੀ ਉਸਨੇ ਲਿਖੀ ਸੀ ਉਹ ਪਰਸ਼ੀਅਨ ਭਾਸ਼ਾ ਵਿੱਚ, ਫਾਰਸੀ ਵਿੱਚ ਸੀ। ਇਸ ਕਰਕੇ ਕਵੀ ਜੀ ਨੇ ਜਿਹੜਾ ਉਸ ਚਿੱਠੀ ਦਾ ਅਨੁਵਾਦ ਲਿਖਿਆ ਹੈ ਉਹ ਵੀ ਪਰਸ਼ੀਅਨ ਭਾਸ਼ਾ 'ਚ ਮਿਲਿਆ ਜੁਲਿਆ ਲਿਖਿਆ ਹੈ। ਬੈਂਤ ਹਨ, ਥੋੜ੍ਹੇ ਵਿਸਥਾਰ ਵਾਲੇ ਹਨ। ਫਿਰ ਜਿਹੜਾ ਉਹਦਾ ਜਵਾਬ ਦਿੱਤਾ ਸੀ ਸਤਵੇਂ ਪਾਤਸ਼ਾਹ ਨੇ, ਉਹ ਵੀ ਪਰਸ਼ੀਅਨ ਭਾਸ਼ਾ 'ਚ ਦਿੱਤਾ ਸੀ। ਉਹ ਵੀ ਕਵੀ ਜੀ ਨੇ ਉਸੇ ਬੋਲੀ 'ਚ ਲਿਖਿਆ ਹੈ। ਸੋ ਉਹ ਕੱਲ੍ਹ ਨੂੰ ਆਪਾਂ ਸੁਣਾਂਗੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਧੰਨ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਔਰ ਬਾਦਸ਼ਾਹ ਦਾਰਾ ਸ਼ਿਕੋਹ ਦੀ ਆਪਸ ਚਿੱਠੀ ਪੱਤਰ, ਤੇ ਫਿਰ ਉਹਦੀ ਇੱਛਾ ਪੂਰੀ ਹੋਣ ਦਾ ਬਹਾਨਾ ਕੀ ਬਣਿਆ? ਜਦੋਂ ਪਹਾੜਾਂ ਤੋਂ ਉਤਰਿਆ ਨਿਕਲਿਆ ਤੇ ਸਾਹਮਣੇ ਕੀਰਤਪੁਰ ਸਾਹਿਬ ਨਗਰੀ ਆ ਗਈ। ਉੱਥੇ ਫਿਰ ਮਹਾਰਾਜ ਨੂੰ ਮਿਲਦਾ ਹੈ। ਉਹ ਸਾਰੀ ਕਥਾ ਆਪ ਜੀ ਅਗਲੇ ਪ੍ਰਕਰਣ ਵਿੱਚ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਅੱਜ ਮੰਗਲਵਾਰ ਦਾ ਦਿਹਾੜਾ ਹੈ। ਆਓ ਕੁਝ ਸਮਾਂ ਨਾਮ ਸਿਮਰਨ ਅਭਿਆਸ ਵਿੱਚ ਜੁੜੀਏ, ਜੀਵਨ ਸਫਲਾ ਬਣਾਈਏ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣ ਨਾਥ ਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗੰਮ ਪੂਰਨ, ਮੋਹਿ ਮਇਆ ਤਾਰ।
ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਰ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰੂ ਪਾਰ ਉਤਾਰਨਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ